ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ ਅਸਾਈਨਮੈਂਟ ਨੰਬਰ 188 ਚੈਪਟਰ ਨੰਬਰ 10th ਜਿਸ ਦਾ ਨਾਮ ਹੈ ਚੱਕਰ, ਕਲਾਸ 9ਵੀਂ, ਥਿਊਰਮ 10.8 ਕਰਾਂਗੇ। ਅਸੀਂ ਚੱਕਰ ਦੀਆਂ ਕਾਫੀ ਥਿਊਰਮ, ਚੱਕਰ ਨਾਲ ਸੰਬੰਧਿਤ ਕਾਫੀ ਥਿਊਰਮਸ ਅੱਗੇ ਆਲਰੇਡੀ ਕਰ ਚੁੱਕੇ ਹੋਏ ਹਾਂ। ਅੱਜ ਅਸੀਂ 10.8 ਕਰਾਂਗੇ। ਦੇਖੋ ਧਿਆਨ ਨਾਲ, ਕੀ ਕਹਿੰਦੀ ਹੈ ਥਿਊਰਮ 10.8। ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਉੱਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਮਤਲਬ ਇੱਕ ਤੁਹਾਡੇ ਕੋਲ ਚੱਕਰ ਦਿੱਤਾ ਹੋਏਗਾ ਸਾਨੂੰ, ਠੀਕ ਹੈ। ਮੰਨ ਲਓ ਇਹ ਚੱਕਰ ਹੈ, ਚਾਪ ਤੁਹਾਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝਾਈ ਹੋਈ ਹੈ। ਚਾਪ ਕੀ ਹੈ? ਚੱਕਰ ਦਾ ਇੱਕ ਭਾਗ ਨੂੰ, ਚੱਕਰ ਦੇ ਇੱਕ ਭਾਗ ਨੂੰ ਅਸੀਂ ਕਹਿੰਦੇ ਹਾਂ ਚਾਪ। ਜਿਵੇਂ ਅਸੀਂ ਦੋ ਬਿੰਦੂ ਲੈ ਲੈਂਦੇ ਹਾਂ P ਤੇ Q, ਤੇ ਸਾਡੇ ਕੋਲ ਜਿਹੜਾ ਜਿਹੜਾ ਹਿੱਸਾ ਹੈ ਇਹ ਕੀ ਹੈ? ਸਾਡੇ ਕੋਲ ਚਾਪ, ਠੀਕ ਹੈ। ਇਹ ਹੈ ਸਾਡੇ ਕੋਲ ਲਘੂ ਚਾਪ, ਛੋਟਾ ਹਿੱਸਾ ਹੈ, ਠੀਕ ਹੈ। ਆਹ ਵਾਲਾ ਜਿਹੜਾ PQ, ਤੇ ਆਹ ਜਿਹੜਾ ਵੱਡਾ ਹੈ ਵੀ PQ ਹੈ, ਠੀਕ ਹੈ। ਇਹ ਸਾਡੇ ਕੋਲ ਦੀਰਘ ਚਾਪ ਹੈ। ਇਹ ਸਾਡੇ ਕੋਲ ਕੀ ਹੈ? ਇੱਕ ਦੀਰਘ ਚਾਪ, ਠੀਕ ਹੈ। ਇਹ ਸਾਡੇ ਕੋਲ ਦੀਰਘ ਚਾਪ। ਜਦੋਂ ਆਪਾਂ ਚੱਕਰ ਦੇ ਭਾਗ ਕੀਤੇ ਸੀ ਉਦੋਂ ਆਪਾਂ ਬੜੀ ਚੰਗੀ ਤਰ੍ਹਾਂ ਸਮਝਿਆ ਸੀ ਇਸ ਚੀਜ਼ ਨੂੰ ਕਿ ਚੱਕਰ ਦੇ ਭਾਗ ਨੂੰ ਕੀ ਕਹਿੰਦੇ ਆ? ਚਾਪ। ਜਿਵੇਂ PQ ਕੀ ਹੈ? ਸਾਡੇ ਕੋਲ ਲਘੂ ਚਾਪ। ਇਹ ਕੀ ਹੈ? ਸਾਡੇ ਕੋਲ ਲਾਲ ਵਾਲੀ ਦੀਰਘ ਚਾਪ। ਅੱਛਾ, ਹੁਣ ਉਹਨਾਂ ਨੇ ਕਿਹਾ ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ। ਇਹ ਕੇਂਦਰ ਹੈ, ਮਤਲਬ ਜਿਹੜੀ ਲਘੂ ਚਾਪ ਹੈ ਉਹ ਸਾਡੇ ਕੋਲ ਕੇਂਦਰ ਉੱਤੇ ਇਹ ਵਾਲਾ ਕੋਣ ਬਣਾ ਰਹੀ ਹੈ, ਠੀਕ ਹੈ। POQ ਜਿਹੜੀ ਲਘੂ ਚਾਪ ਹੈ। ਜਿਹੜੀ ਦੀਰਘ ਚਾਪ ਹੈ ਉਹ ਵੀ ਕਿਹੜਾ ਕੋਣ ਬਣਾ ਰਹੀ ਹੈ? POQ ਹੀ ਬਣਾ ਰਹੀ ਹੈ। POQ ਕੀ ਹੈ? ਲਘੂ ਚਾਪ ਤੇ ਬਣਿਆ ਕੋਣ। ਤੇ ਇੱਕ ਹੋਰ ਕੋਣ ਹੈ, ਆਹ ਵਾਲਾ ਕੋਣ, ਠੀਕ ਹੈ। ਇਹ ਵੀ POQ ਹੈ। ਇਹਨੂੰ ਅਸੀਂ ਇਸ ਤਰ੍ਹਾਂ ਕਹਿ ਦੇਵਾਂਗੇ। ਇਹ ਵੀ ਕੀ ਹੈ? ਇੱਕ ਦੀਰਘ ਚਾਪ ਤੇ ਬਣ ਰਿਹਾ ਕੋਣ। ਦੇਖੋ ਦੋਵੇਂ ਚਾਪਾਂ ਤੇ ਬਣ ਰਿਹਾ। ਇਹ ਲਘੂ ਚਾਪ ਤੇ ਬਣ ਰਿਹਾ ਤੇ ਇਹ ਦੀਰਘ ਚਾਪ ਤੇ ਬਣ ਰਿਹਾ, ਠੀਕ ਹੈ। ਇਸ ਕੋਣ ਨੂੰ ਆਪਾਂ ਚਾਪ ਦੁਆਰਾ ਬਣਾਇਆ ਕੋਣ ਕਹਿੰਦੇ ਆ। ਚਾਪ ਦੁਆਰਾ ਬਣਾਇਆ ਕੋਣ। ਤੇ ਵੇਖੋ ਧਿਆਨ ਨਾਲ, ਜਿਹੜਾ ਹੈ ਤੁਹਾਨੂੰ ਕੋਣ ਨਜ਼ਰ ਆ ਰਿਹਾ ਇਹ ਵੀ ਚਾਪ, ਦੀਰਘ ਚਾਪ ਦੁਆਰਾ ਬਣਾਇਆ ਕੋਣ ਹੈ। ਇਹਨੂੰ ਅਸੀਂ ਕਹਿੰਦੇ ਆ, ਦੀਰਘ ਚਾਪ ਦੁਆਰਾ ਬਣਾਏ ਕੋਣ ਨੂੰ ਅਸੀਂ ਕਹਿੰਦੇ ਆ ਪ੍ਰਤੀਵਰਤੀ ਕੋਣ। ਪ੍ਰਤੀਵਰਤੀ ਕੋਣ ਜਾਂ ਰਿਫਲੈਕਸ ਐਂਗਲ ਵੀ ਬੋਲਦੇ ਹਾਂ ਇਹਨੂੰ ਅਸੀਂ ਇੰਗਲਿਸ਼ ਵਿੱਚ। ਰਿਫਲੈਕਸ ਕੋਣ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ ਬੇਟਾ। ਇਹ ਤੇ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਹੈ ਕਿ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਕਿਸ ਨੂੰ ਕਹਿੰਦੇ ਨੇ, ਠੀਕ ਹੈ। ਇਹ ਸਾਡੇ ਕੋਲ ਚਾਪ ਹੈ। ਇਹ ਸਾਡੇ ਕੋਲ POQ ਕੋਣ ਹੈ ਜਿਹੜਾ ਚਾਪ, ਲਘੂ ਚਾਪ ਉੱਤੇ ਬਣਿਆ। ਇਹ ਵੀ POQ ਕੋਣ ਹੈ, ਆਹ ਵਾਲਾ ਵੱਡੇ ਵਾਲਾ। ਇਹ ਸਾਡੇ ਕੋਲ ਬਣਿਆ ਦੀਰਘ ਚਾਪ ਉੱਤੇ, ਜਿਹਨੂੰ ਅਸੀਂ ਰਿਫਲੈਕਸ ਐਂਗਲ ਜਾਂ ਪ੍ਰਤੀਵਰਤੀ ਕੋਣ ਕਹਿੰਦੇ ਹਾਂ, ਠੀਕ ਹੈ। ਆਓ ਹੁਣ ਅਸੀਂ ਥਿਊਰਮ ਤੇ ਫਿਰ ਚੱਲਦੇ ਹਾਂ ਕਿ ਥਿਊਰਮ ਕੀ ਕਹਿ ਰਹੀ ਹੈ। ਥਿਊਰਮ ਕਹਿ ਰਹੀ ਹੈ ਕਿ ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਤੇ, ਠੀਕ ਹੈ। ਮੰਨ ਲਓ ਇਹ ਤੁਹਾਡੇ ਕੋਲ ਇੱਕ ਚਾਪ ਹੈ PQ, ਕਹਿੰਦੇ ਇਸ ਉੱਤੇ ਇੱਕ ਲਘੂ ਚਾਪ, ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਤੇ। ਹੁਣ ਬਾਕੀ ਹਿੱਸਾ ਕਿਹੜਾ ਬਚਿਆ? ਇਹ ਤੇ ਚਾਪ ਹੋ ਗਈ, ਚਾਪ ਉੱਤੇ ਬਣਾਇਆ ਕੋਣ ਹੈ। ਹੁਣ ਬਾਕੀ ਹਿੱਸਾ ਕਿਹੜਾ ਬਚਿਆ? ਇਹ ਵਾਲਾ। ਇਹਦੇ ਉੱਤੇ ਕੋਈ ਆਪਾਂ ਬਿੰਦੂ ਲੈ ਲੈਂਦੇ ਹਾਂ, ਬਿੰਦੂ A, ਠੀਕ ਹੈ। ਇਹ ਤਾਂ ਹੋ ਗਿਆ ਕੇਂਦਰ ਉੱਤੇ ਬਣਿਆ ਕੋਣ, ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ। ਹੁਣ ਚਾਪ ਦੁਆਰਾ ਕਿਸੇ ਬਾਕੀ ਹਿੱਸੇ ਤੇ ਬਣਾਇਆ ਕੋਣ ਕਿਹੜਾ ਹੈ? ਇਹੀ ਚਾਪ ਦੁਆਰਾ, ਇਸੇ ਚਾਪ ਉੱਤੇ ਹੁਣ ਕੋਣ ਬਣ ਰਿਹਾ PAQ। ਇੱਕ ਚਾਪ ਉੱਤੇ ਕੇਂਦਰ ਉੱਤੇ ਕੋਣ ਬਣ ਰਿਹਾ ਹੈ POQ, ਜਿਹੜਾ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਹੈ। ਤੇ PAQ ਕੀ ਹੈ? ਸਾਡੇ ਕੋਲ ਇਸੇ ਚਾਪ ਦੁਆਰਾ ਚੱਕਰ ਦੇ ਕਿਸੇ ਬਾਕੀ ਹਿੱਸੇ ਤੇ ਬਣਾਇਆ ਗਿਆ ਕੋਣ, ਠੀਕ ਹੈ। ਇਹਨਾਂ ਦੋਵਾਂ 'ਚ ਕੀ ਸੰਬੰਧ ਹੈ? ਇਸ ਕੋਣ ਵਿੱਚ ਤੇ ਇਸ ਕੋਣ ਵਿੱਚ ਕੀ ਸੰਬੰਧ ਹੈ? ਇੱਕ ਕੋਣ ਸਾਡੇ ਕੋਲ ਇਹ ਵਾਲਾ, ਮੈਂ ਗ੍ਰੀਨ ਇਹਨੂੰ ਰੰਗ ਕਰ ਦਿੰਦੀ ਹਾਂ, ਜਿਹੜਾ ਕੀ ਹੈ ਚਾਪ ਦੁਆਰਾ ਚੱਕਰ ਦੇ ਕਿਸੇ ਬਾਕੀ ਹਿੱਸੇ ਤੇ ਬਣਾਇਆ ਗਿਆ ਕੋਣ। ਤੇ ਇਹ ਕੀ ਹੈ ਸਾਡੇ ਕੋਲ ਰੈੱਡ ਵਾਲਾ, ਚਾਪ ਦੁਆਰਾ ਚੱਕਰ ਦੇ ਕੇਂਦਰ ਉੱਤੇ ਬਣਾਇਆ ਗਿਆ ਕੋਣ, ਠੀਕ ਹੈ। ਇਹਨਾਂ ਦੋਵਾਂ 'ਚ POQ ਕੋਣ ਤੇ PAQ ਕੋਣ, ਇਹਨਾਂ 'ਚ ਕੀ ਸੰਬੰਧ ਹੈ? ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਉੱਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਮਤਲਬ
ਆ ਜਿਹੜਾ ਕੋਣ ਹੈ ਸਾਡੇ ਕੋਲ POQ ਜਿਹੜਾ ਹੈ ਉਹ ਦੁੱਗਣਾ ਹੋਏਗਾ PAQ ਤੋਂ, मतलब ਇਹ ਵੱਡਾ ਹੋ ਦੁੱਗਣਾ ਹੋਏਗਾ ਇਸ ਕੋਣ ਤੋਂ। ठीक है, मतलब ਆਪਾਂ ਕੀ ਸਿੱਧ ਕਰਨਾ ਹੈ, POQ ਜਿਹੜਾ ਹੈ ਉਹ ਦੁੱਗਣਾ ਹੋਏਗਾ PAQ ਤੋਂ। मतलब ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਚੱਕਰ ਦੇ ਕਿਸੇ ਬਾਕੀ ਹਿੱਸੇ ਤੇ ਬਣਾਏ ਗਏ ਕੋਣ ਤੋਂ ਦੁੱਗਣਾ ਹੁੰਦਾ ਹੈ। मेरा ख्याल ਤੁਹਾਨੂੰ ਹੁਣ ਚੰਗੀ ਤਰ੍ਹਾਂ ਸਟੇਟਮੈਂਟ ਜਿਹੜੀ ਉਹ ਸਮਝ ਆ ਗਈ ਹੋਵੇਗੀ। ਚਲੋ ਹੁਣ ਇਸ ਦਾ ਸਬੂਤ ਕਰਦੇ ਹਾਂ। ਬੇਟਾ ਇਹਦੇ ਵਿੱਚ ਤੁਹਾਡੇ ਕੋਲ ਵੱਖਰੇ ਵੱਖਰੇ ਕੇਸ ਬਣਨਗੇ। ਜਿਵੇਂ ਚਾਪ ਜਿਹੜੀ ਹੈ ਉਹ ਲਘੂ ਚਾਪ ਵੀ ਹੋ ਸਕਦੀ ਹੈ ਕਿਸੇ ਕੇਸ ਵਿੱਚ, ਕਈ ਵਾਰੀ ਉਹ ਅਰਧ ਚੱਕਰ ਵੀ ਹੋ ਸਕਦੀ ਹੈ ਤੇ ਕਈ ਵਾਰੀ ਉਹ ਸਾਡੇ ਕੋਲ ਦੀਰਘ ਚਾਪ ਵੀ ਹੋ ਸਕਦੀ ਹੈ। मतलब ਜਿਹੜੀ ਇਹ ਚਾਪ ਹੈ ਉਹ ਲਘੂ ਚਾਪ ਵੀ ਹੋ ਸਕਦੀ ਹੈ, ਅਰਧ ਚਾਪ ਵੀ ਹੋ ਸਕਦੀ ਹੈ ਤੇ ਦੀਰਘ ਚਾਪ ਵੀ ਹੋ ਸਕਦੀ ਹੈ। ਪਹਿਲਾਂ ਆਪਾਂ ਕੇਸ ਕਰਦੇ ਹਾਂ। देखो जरा ध्यान नाल देखो बेटा, ये किहड़ी चाप है, देखो मैं लाल रंग किया होया है, ये लघु चाप है। लघु चाप द्वारा केंद्र उत्ते बनाया गया कोण है। ठीक है, पहला केस आपां ऐ लवांगे, इत्थे आपां एक बिंदु लवांगे ए। ठीक है, चक्कर दे बाकी हिस्से ते भी आपां कोई बिंदु लेना है ना, फिर इहनूं इस नाल मिला देवांगे। ठीक है, ये हो गया चाप, लघु चाप द्वारा केंद्र के किसी बाकी हिस्से से बनाया गया कोण। एक होर केस भी हो सकता है। देखो ये साडे कोल किहड़ी चाप है, अर्ध चक्कर, ये भी एक चाप ही है पर व्यास दे जिहड़े किनारे आ उन्हां उत्ते असीं बिंदु लिया, इस करके ये किहड़ी चाप हो गई, अर्ध चक्कर। ठीक है, इस उत्ते भी आपां एक बिंदु ले लवांगे, बिंदु ए। किसी बाकी हिस्सा तो यही बचिया ना ब्लैक वाला, हुण इहनूं भी इस तरह जिवें उपर मिलाया सी, इनू भी मिला देवांगे। ये कौन केड़ा हो गया, PAQ। ठीक है, तो ये साडे कोल हो गया POQ। तीसरा केस केड़ा हो गया, जदों आपां दीर्घ चक्कर ते चाप लै लई। ठीक है, ये साडे कोल की है, एक दीर्घ चक्कर, दीर्घ चाप, सॉरी ये की है, दीर्घ चाप। ठीक है, ध्यान नाल देखो, एक दीर्घ चाप है। हुण बिंदु कित्थे लवांगे आपां, जिहड़ा बाकी हिस्सा बचिया इह वाला। ठीक है, इसनूं आपां मिला देवांगे पहलां इस तरह P नाल, फिर Q नाल। ठीक है जी, तो इनू भी इतना मिला देवांगे। ठीक, ये बन गया POQ PAQ। देखो की है साडे कोल की दिता होया स्टेटमेंट के अकॉर्डिंग, एक चाप, एक चक्कर दा चाप PQ दिता है। ठीक है, कितना 3 केस बननगे, चक्कर दा चाप इहदे विच लघु चाप है, इहदे विच साडे कोल हैगा अर्ध चक्कर, इहदे विच साडे कोल हैगी है दीर्घ चाप। ठीक है, जो केंद्र O उत्ते POQ बनाएगी अते चक्कर के बाकी हिस्से उत्ते बिंदु A उत्ते PAQ कोण बनाएगी। ठीक है, सिद्ध की करना है, असी सिद्ध करना है तिना केसिस विच असी यही सिद्ध करना है कि जिहड़ा कोण POQ है, मतलब चाप द्वारा केंद्र उत्ते बनाया गया जिहड़ा कोण है POQ, वो दुगना होएगा किहड़े कोण तो, PAQ कोण तो। ये आपां सिद्ध करना है। देखो ये साडे कोल 3 केस ने, तुहानूं मैं अगे भी दस्सिया, इहदे विच 3 स्थितियां साडे कोल आउणगीआं। पहली स्थिति विच की है साडे कोल, चाप PQ की है, एक लघु चाप है पहले केस विच। दूसरे केस विच की है, चाप PQ की है, एक अर्ध चक्कर है। तीसरे चक्कर विच की है, चाप PQ एक दीर्घ चाप है। आओ हुण असीं एक छोटी जी रचना करते हैं। की करते हैं, AO नूं मिला दिंदे हैं। ठीक है, आपां AO नूं मिला दिंदे हैं। ठीक है, रचना आपां की करनी है, AO नूं मिला देना है अते AO नूं मिला के एक बिंदु B तक वधाना है। मतलब इत्थों तक आपां कोई बिंदु B ले लैंदे हैं, इनू आपां B तक ले जांदे हैं। ठीक है, ये साडे कोल की बिंदु आ गया B इत्थे। ठीक है, इनू भी आपां वधा लैंदे हैं, इत्थे साडे कोल आ गया बिंदु P, इनू भी आपां वधा लैंदे हैं, ये साडे कोल किहड़ा बिंदु आ गया B। ठीक है, रचना पता चल गई है तुहानूं मेरा ख्याल। रचना की कीती आपां, रचना आपां कीती है AO नूं मिला के कित्थों तक लैके गए, बिंदु B तक वधाइए, बिंदु B तक वधाइए।
हाँ जी बेटा, तीनों स्थितियां दे विच जिहड़ा कोण BOQ है, कोण BOQ नूं ध्यान नाल देखो, वो जिहड़ा है वो कोण OAQ प्लस कोण AQO दे बराबर आएगा। क्यों आएगा देखो हुण जरा पहला BOQ मतलब यह वाला साढ़े को BOQ जिहड़ा है वो किहदे बराबर आएगा, कोण OAQ दे OAQ मतलब यह वाला, ते कोण AQO यह वाला। ठीक है, ध्यान नाल देखो ये कुछ इस तरह का बन रहा है, जे मैं इस तरह बनावा कुछ इस तरह का बनेगा। एक साइड को यह वाला कोण आपां लिया, इत्थे A है, इत्थे Q है, इत्थे O है, तो इत्थे पॉइंट B है। ठीक है, आपां की किया कोण BOQ जिहड़ा है वो किहदे बराबर है, कोण OAQ प्लस कोण OQA। हुण ध्यान नाल देखो इस विच ये मैं क्यों लिखिया है, ये तुसीं छोटियां क्लासिस च पढ़िया है एक रूल की है साडे कोल कि त्रिभुज का बाहरी कोण, ये साडे कोल त्रिभुज है, ये भी त्रिभुज ही है ना OAQ, त्रिभुज का बाहरी कोण यह वाला है बाहरी कोण, किसी त्रिभुज का बाहरी कोण उसके अंदरले सन्मुख दो कोणां दे जोड़ के बराबर हुंदा है। हुण इसके सन्मुख ये तो ये लागवा कोण है ना, ये नहीं आपां लेना, इसके सन्मुख ये दो कोण ने, एक यह वाला कोण है तो एक यह वाला कोण है। ये जिहड़ा कोण है इन्हां दोवां कोणां दे जोड़ के बराबर हुंदा है। ठीक है, इस करके मैं लिखिया है BOQ जिहड़ा होएगा वो किस दे बराबर होएगा, कोण OAQ दे प्लस कोण AQO दे। ठीक है, तिन्ना केसिस विच साडे कोल सेम चीज़ आएगी। ठीक है जी, BOQ शुरुआत आपां करनी है, BOQ जिहड़ा OAQ प्लस AQO दे बराबर आएगा। क्यों आएगा नाल तुसीं रीजन लिख देना है कि त्रिभुज का किसी भी त्रिभुज का बाहरी कोण उसके अंदरले सन्मुख कोणां दे जोड़ दे समान हुंदा है। चलो अगे करिए। हुण त्रिभुज आपां लईए त्रिभुज OAQ विच OAQ आ वाला त्रिभुज OAQ यही जिहड़ा त्रिभुज आपां हुणे त्रिभुज जिहदे विच BOQ कोण जिहड़ा है वो OAQ प्लस AQO विच सिद्ध कीता सी, वो वाला त्रिभुज लईए OAQ। ਉਹਦੇ ਵਿੱਚ देखो जरा की है साडे कोल OA जिहड़ा है वो बराबर है OQ दे। क्यों बराबर है, A की है साडे कोल, O की है केंद्र, OA की है अर्धव्यास, OQ भी की है अर्धव्यास। अर्धव्यासा चक्कर दियां की हुंदियां ने बराबर, इस विच भी साडे कोल सेम है, OA की है अर्धव्यास, OQ की है अर्धव्यास। इस तरह ये है, ये दोवें की है एक चक्कर दे अर्धव्यास, या मैं लिख देनी है अर्धव्यास। ठीक है, तुहानूं पता है अर्धव्यास की हुंदे हन, बराबर हुंदे हन, एक ही चक्कर दे अर्धव्यास बराबर हुंदे हन। इसलिए कोण OAQ बराबर आ जाएगा AQO दे। क्यों, क्योंकि साडे कोल ये दो सड़ियां त्रिभुज दियां दो जड़ियां साडे कोल भुजावां ने बराबर आ गई, तो यह किहड़ा कोण बन गया साडे कोल, ये किहड़ा त्रिभुज बन गया साडे कोल, आइसोसैल्स जिन्हों आपां कहने आ। ठीक है, सम दो भुजी त्रिकोण बन गया। सम दो भुजी त्रिकोण दे जड़ियां बराबर भुजावां हुंदियां उन्हां दे सामने वाले कोण भी आपस च की हुंदे ने, बराबर हुंदे हन। जेकर OA बराबर OQ है तो OAQ ते OQA भी की होणगे, बराबर होणगे। ठीक है, क्योंकि ये की बन गया एक सम दो भुजी त्रिभुज बन गया, जिहड़ा OAQ है जिहड़ा आपां लिया है वो की बन गया एक सम दो भुजी त्रिभुज, क्योंकि ये दो भुजावां बराबर आ गई। ठीक है, उहदे कोण भी की आउणगे, बराबर आउणगे। इस तो असीं की कह सकते हैं कि कोण BOQ जिहड़ा है वो बराबर आ गया दुगना OAQ तो। कित्थों, इनूं आपां जेकर एक कह दईए एक तो। ठीक है, BOQ सी साडे कोल, OAQ प्लस AQO भी किहदे बराबर आपां सिद्ध करता, OAQ, ये दोवें कोण की आ बराबर आ गए, OAQ ते AQO की बराबर आ गए, बराबर आ गए तो इस दोवां दा जोड़ की बन गया दुगना OAQ। ठीक है, इनू आपां ले लैने आ 2 नंबर। इस तरह जिहड़ा साडे कोल
ਜਦੋਂ ਆਪਾਂ ਹੁਣ ਆਪਾਂ ਇਹ ਤ੍ਰਿਭੁਜ ਲਿਆ ਸੀ ਨਾ OAQ, ਇਸੇ ਤਰ੍ਹਾਂ ਆਪਾਂ ਜਦੋਂ ਹੁਣ ਇਹ ਸਾਰੇ ਸੇਮ ਆਪਾਂ ਜਿਹੜਾ ਇਸੇ ਸਥਿਤੀ ਵਿੱਚ ਲਾਵਾਂਗੇ, ਆਹ ਵਾਲਾ ਕੋਣ ਲਵਾਂਗੇ ਆਪਾਂ ਤੇ ਆਹ ਵਾਲਾ ਤ੍ਰਿਭੁਜ ਲਵਾਂਗੇ। ਠੀਕ ਹੈ, ਕਿਹੜਾ ਤ੍ਰਿਭੁਜ ਅੱਗੇ ਆਪਾਂ ਲਿਆ OAQ, ਹੁਣ ਆਪਾਂ ਲਵਾਂਗੇ OAP। ਠੀਕ ਹੈ, ਇਸੇ ਤਰ੍ਹਾਂ OAP ਲਵਾਂਗੇ, ਸਾਡੇ ਕੋਲ OA ਬਰਾਬਰ OP ਆ ਜਾਏਗਾ, OA ਜਿਹੜਾ P ਹੈ ਉਹ AP ਉਹਦੇ ਬਰਾਬਰ ਆ ਜਾਏਗਾ, ਤੇ ਸਾਡੇ ਕੋਲ BOP ਜਿਹੜਾ ਉਹ OAP ਦੇ ਬਰਾਬਰ ਆ ਜਾਏਗਾ। ਠੀਕ ਹੈ, ਸੇਮ ਜਿਹੜੀ ਕੰਡੀਸ਼ਨ ਆਪਾਂ ਇਸ ਤ੍ਰਿਭੁਜ ਤੇ ਵੀ ਲਾ ਸਕਦੇ ਹਾਂ। ਠੀਕ ਹੈ, ਪਹਿਲਾਂ ਆਪਾਂ ਇਸ ਤ੍ਰਿਭੁਜ ਤੇ ਲਾਈਏ, ਉਸੇ ਤਰ੍ਹਾਂ ਆਪਾਂ ਇਸ ਤ੍ਰਿਭੁਜ ਤੇ ਵੀ ਜਦੋਂ ਲਾਵਾਂਗੇ ਸਾਡੇ ਕੋਲ ਇਸੇ ਤਰ੍ਹਾਂ ਕੀ ਆ ਜਾਏਗਾ, ਇਸੇ ਤਰ੍ਹਾਂ ਕੋਣ BOP ਜਿਹੜਾ ਹੈ, ਬਸ Q ਦੀ ਜਗ੍ਹਾ ਕੀ ਆ ਜਾਏਗਾ P, ਇੱਥੇ Q ਸੀ ਹੁਣ P ਆ ਜਾਏਗਾ, ਦੁਗਣਾ ਆ ਜਾਏਗਾ OAP ਦੇ, ਇਹਨੂੰ ਆਪਾਂ ਲੈ ਲਈਏ 3। 2 ਤੇ 3 ਨੂੰ ਆਪਾਂ ਕੀ ਕਰਦੇ ਹਾਂ ਆਪਸ ਵਿੱਚ ਜੋੜ ਦਿੰਦੇ ਹਾਂ, 2 ਅਤੇ 3 ਨੂੰ ਜੋੜਨ ਤੇ ਕੀ ਆ ਜਾਏਗਾ ਸਾਡੇ ਕੋਲ ਕੋਣ BOQ प्लस कोण BOP बराबर आ गया दुगना कोण OAQ प्लस कोण OAP दे, मतलब BOP ते BOQ मिलके की बनाते हैं, देखो BOQ ते BOP मतलब आ वाला कोण ते आ वाला कोण, ये दोवें मिलके की बनाते हैं, किहड़ा कोण बनाते हैं, शाबाश बेटा बोलो, कोण POQ, कोण POQ। अच्छा, उस तो बाद दुगना कोण OAQ ते कोण OAP मिलके की बनाते हैं, OAQ मतलब यह वाला कोण ते कोण OAP यह वाला कोण, आ दोवें मिलके किहड़ा कोण बनाते हैं, बोलो PAQ, कोण PAQ। हुण ध्यान नाल देखो जो आपां सिद्ध करना सी, देखो यही सिद्ध करना सी आपां कि कोण जिहड़ा है POQ वो दुगना होएगा कोण PAQ दे। ठीक है, ये बेटा बहुत थ्योरम जिहड़ी है तुहानूं यूज़ होनी है, 10वीं क्लास विच भी तुहानूं थ्योरम बहुत यूज़ होनी है बेटा। की किया गया थ्योरम दे विच कि एक चाप द्वारा केंद्र उत्ते बनाया कोण जिहड़ा हुंदा है वो किसी बाकी हिस्से ते बनाए गए कोण दा दुगना हुंदा है। ये जिहड़ा कोण होएगा वो की होएगा, इहदा दुगना होएगा। हुण मान लो एक इनू इस एप्लीकेशन करिए, जेकर मेरे को एक चक्कर है, ठीक है, ये मेरे को एक केंद्र है वो, इत्थे मान लो यह चाप है साढ़े कोल PQ, ठीक है, इत्थे मान लो बनता पिया है कोण 30 डिग्री का, ठीक है, तो ये कोण किन्ने डिग्री का होएगा, यह वाला कोण PAQ कोण किन्ने डिग्री का होएगा। हुणे मैं कहा कि ये जिहड़ा कोण है इसका दुगना हुंदा है, इस तो पता चलता है कि आ जिहड़ा कोण है वो इहदा अद्धा होएगा, तो 30 का अद्धा की हुंदा 15 डिग्री, इसका मतलब ये कोण कितना आ गया 15 डिग्री। किहड़ी थ्योरम के अनुसार आया, इस थ्योरम के अनुसार। क्यों, क्योंकि केंद्र ते बनाया कोण किसी बाकी हिस्से ते बनाए कोण तो दुगना हुंदा है। उस तरह जे सानू हुण दूसरे केस विच जे सानू ये कोण दिता हुंदा 80, तो ये कितना आना सी, जे 80 दिता है तो ये कितना आना सीगा, ये कोण इस तो दुगना हुंदा है, इसका मतलब ये आ गया 160 डिग्री। ठीक है जी, हुण आपां इस नाल संबंधित ही एक होर जिहड़ी बड़ी इंपॉर्टेंट थ्योरम है वो डिस्कस करते हैं। नैक्सट थ्योरम है थ्योरम 10.9, जिहड़ी कहती है कि एक ही चक्करखंड दे कोण की हुंदे ने बराबर हुंदे ने, एक ही चक्करखंड विच बने कोण की हुंदे ने बराबर हुंदे ने। हुण ये साडे कोल की है, एक चक्कर दिता है, मान लो इत्थे साडे कोल कोई 2 बिंदु ने, चक्करखंड मैं तुहानूं करवाया सीगा बेटा, फिर आपां समझ लैने आ चक्करखंड की है। ये साडे कोल की है 2 बिंदु ने, जेकर मैं इस बिंदु नूं मिला देवां एक जीवा बन जाती है PQ, तो ये साडे कोल की बन गया चक्करखंड। एक ही है लघु चक्करखंड, एक ही है साडे कोल दीर्घ चक्करखंड। ठीक है, चक्कर अते चक्कर दा अंदरला हिस्सा मिलके चक्करखंड बनाउंदे हैं। ठीक है, ये चक्करखंड है। हुण जेकर मैं इस चक्करखंड उत्ते एक कोण बनाउंदी हां,
ਕੇਂਦਰ ਉੱਤੇ ਇੱਕ ਕੋਣ ਬਣਾਉਂਦੀ ਹੈ। ਇਹ ਸਾਡੇ ਕੋਲ ਕੀ ਹੈ, ਕੇਂਦਰ ਮੰਨ ਲਓ ਉਹ, ਠੀਕ ਹੈ। ਇਹ ਸਾਡੇ ਕੋਲ ਧਿਆਨ ਨਾਲ ਦੇਖੋ, ਇਹ ਚਾਪ ਵੀ ਹੈ, ਇੱਕ ਚਾਪ ਉੱਤੇ ਵੀ ਇਹ ਕੋਣ ਬਣ ਰਿਹਾ ਹੈ, ਤੇ ਇਸ ਚੱਕਰ ਖੰਡ ਉੱਤੇ ਵੀ ਇਹੀ ਕੋਣ ਬਣ ਰਿਹਾ POQ। ਹੁਣ ਉਹਨਾਂ ਨੇ ਕਿਹਾ ਇੱਕ ਹੀ ਚੱਕਰ ਖੰਡ, ਇਹ ਸਾਡੇ ਕੋਲ ਕੇਂਦਰ ਉੱਤੇ ਬਣ ਰਿਹਾ ਹੈ ਕੋਣ, ਚਾਪ ਦੁਆਰਾ ਕੇਂਦਰ ਉੱਤੇ ਕੋਣ ਬਣ ਰਿਹਾ ਹੈ। ਹੁਣ ਆਹ ਕੋਣ ਜਿਹੜਾ ਹੈ ਉਹ ਇਸ ਚੱਕਰ ਖੰਡ ਵਿੱਚ ਬਣ ਰਿਹਾ ਹੈ, ਪੂਰੇ ਦੇ ਪੂਰੇ ਚੱਕਰ ਖੰਡ ਵਿੱਚ ਬਣ ਰਿਹਾ ਹੈ, PQ ਚੱਕਰ ਖੰਡ ਵਿੱਚ ਇਹ ਵਾਲਾ ਕੋਣ ਬਣ ਰਿਹਾ ਹੈ ਸਾਡੇ ਕੋਲ, ਜਿਹਨੂੰ ਆਪਾਂ ਨਾਮ ਦੇ ਦਈਏ ਜੇਕਰ ਇਹ ਕੀ ਹੈ ਸਾਡੇ ਕੋਲ ਚੱਕਰ ਖੰਡ ਵਿੱਚ ਬਣਿਆ ਇੱਕ ਕੋਣ। ਇਹ ਹੈਗਾ ਚਾਪ ਦੁਆਰਾ ਕੇਂਦਰ ਉੱਤੇ ਬਣਿਆ ਕੋਣ POQ, ਤੇ PAQ ਕੀ ਹੈ, ਚੱਕਰ ਖੰਡ ਉੱਤੇ ਬਣਿਆ ਕੋਣ, ਠੀਕ ਹੈ। ਇਹ ਪੂਰਾ ਚੱਕਰ ਖੰਡ ਹੈ ਨਾ, ਚੱਕਰ ਦੇ ਅੰਦਰਲਾ ਹਿੱਸਾ ਤੇ ਚੱਕਰ ਉਹਦੇ ਪੂਰੇ ਹਿੱਸੇ ਉੱਤੇ ਬਣਿਆ ਕੋਣ ਹੈ। ਮੈਂ ਹੁਣ ਇੱਕ ਹੋਰ ਕੋਣ ਲੈ ਲੈਂਦੀ ਹਾਂ ਇਸੇ ਚੱਕਰ ਖੰਡ ਉੱਤੇ, ਇਹਨੂੰ ਆਪਾਂ ਕਹਿ ਦਈਏ B। ਦੇਖੋ ਇਸੇ ਚੱਕਰ ਖੰਡ ਉੱਤੇ ਇੱਕ ਹੋਰ ਕੋਣ ਬਣਿਆ ਹੈ, ਆਹ ਚੱਕਰ ਖੰਡ ਉੱਤੇ ਬਣਿਆ ਨਾ ਕੋਣ PBQ। ਇਹ ਦੋ ਕੋਣ ਹਨ PAQ ਤੇ PBQ। ਸਿੱਧ ਕੀ ਕਰਨਾ ਹੈ ਆਪਾਂ ਕਿ ਕੋਣ PAQ ਬਰਾਬਰ ਹੋਏਗਾ ਕੋਣ PAB ਦੇ, ਕਿਉਂਕਿ ਇੱਕ ਹੀ ਚੱਕਰ ਖੰਡ ਵਿੱਚ ਇਹ ਦੋ ਕੋਣ ਬਣ ਰਹੇ ਹਨ। ਇਹ ਆਪਾਂ ਸਿੱਧ ਕਰਨਾ ਹੈ। ਇਹਨੂੰ ਆਪਾਂ ਸਿੱਧ ਕਰਾਂਗੇ ਜਿਹੜੀ ਆਪਾਂ ਹੁਣੇ ਥਿਊਰਮ ਕਰਕੇ ਆਏ ਹਾਂ, ਥਿਊਰਮ 10.1 ਉਹ ਵਾਲੀ 10.8 ਸੌਰੀ, ਉਸ ਥਿਊਰਮ ਦੀ ਸਹਾਇਤਾ ਨਾਲ। ਕਿਉਂਕਿ ਉਹ ਥਿਊਰਮ ਕੀ ਕਹਿੰਦੀ ਸੀ ਕਿ ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਇਸੇ ਚਾਪ ਦੁਆਰਾ ਕਿਸੇ ਹੋਰ ਭਾਗ ਵਿੱਚ ਬਣਾਏ ਗਏ ਕੋਣ ਤੋਂ ਕੋਣ ਦਾ ਜਿਹੜਾ ਹੈ ਕੋਣ ਤੋਂ ਦੁੱਗਣਾ ਹੁੰਦਾ ਹੈ, ਠੀਕ ਹੈ। ਇਹ ਮਤਲਬ ਇਹ ਜਿਹੜਾ ਕੋਣ ਹੋਏਗਾ ਉਹ ਇਸ ਕੋਣ ਦਾ ਦੁੱਗਣਾ ਹੋਏਗਾ, ਜਿਹੜੀ 10.8 ਦੇ ਥਿਊਰਮ ਦੇ ਅਕੋਰਡਿੰਗ, ਠੀਕ ਹੈ। ਥਿਊਰਮ 10.8 ਦੇ ਅਕੋਰਡਿੰਗ, ਥਿਊਰਮ 10.8 ਦੇ ਅਨੁਸਾਰ ਜੇ ਆਪਾਂ ਉਸ 'ਤੇ ਜਾਈਏ ਤੇ ਸਾਡੇ ਕੋਲ ਕੋਣ ਜਿਹੜਾ POQ ਹੈ ਉਹ ਦੁੱਗਣਾ ਹੋਏਗਾ ਕੋਣ PAQ ਦੇ। ਹੁਣ ਧਿਆਨ ਨਾਲ ਦੇਖੋ ਕਿ ਜਿਹੜਾ ਕੋਣ B ਹੈ ਇਹ ਵੀ ਤਾਂ ਇਸ ਚਾਪ ਉੱਤੇ ਹੀ ਬਣ ਰਿਹਾ, ਕੋਣ PBQ ਜਿਹੜਾ ਹੈ ਇਹ ਵੀ ਕਿਸੇ ਹੋਰ ਭਾਗ ਵਿੱਚ ਹੈ ਨਾ। ਇਸ ਕਰਕੇ ਕੋਣ POQ ਜਿਹੜਾ ਹੈ ਉਹ ਦੁੱਗਣਾ ਹੋਏਗਾ ਕੋਣ PAB ਤੋਂ ਵੀ, ਸੌਰੀ PBQ ਤੋਂ, PBQ ਤੋਂ ਹੈ ਨਾ। POQ ਜਿਹੜਾ ਹੈ ਉਹ ਦੁੱਗਣਾ ਹੋਏਗਾ ਕੋਣ PAQ ਤੋਂ ਵੀ ਥਿਊਰਮ 10.8 ਦੇ ਅਨੁਸਾਰ, ਤੇ ਕੋਣ POQ ਜਿਹੜਾ ਉਹ ਦੁੱਗਣਾ ਹੋਏਗਾ ਕੋਣ PBQ ਤੋਂ। ਇਹਨੂੰ ਆਪਾਂ ਕਹਿ ਦਈਏ 1, ਇਹਨੂੰ ਆਪਾਂ ਕਹਿ ਦਈਏ 2। ਇਹਦਾ ਮਤਲਬ ਜੇਕਰ ਇਹਨੂੰ ਇਕੁਏਟ 1 ਅਤੇ 1 ਅਤੇ 2 ਤੋਂ ਸਾਡੇ ਕੋਲ ਕੀ ਆ ਗਿਆ, ਖੱਬਾ ਪਾਸਾ ਬਰਾਬਰ ਹੈ, ਸੱਜਾ ਪਾਸਾ ਵੀ ਬਰਾਬਰ ਆ ਜਾਏਗਾ, ਕੋਣ PAQ ਬਰਾਬਰ ਆ ਗਿਆ ਕੋਣ PBQ ਦੇ। ਇਹਦਾ ਮਤਲਬ ਕੋਣ PAQ ਵੀ ਬਰਾਬਰ ਆ ਗਿਆ ਕੋਣ PBQ ਦੇ। ਇਹੀ ਆਪਾਂ ਸਿੱਧ ਕਰਨਾ ਸੀ। ਇਹਦਾ ਮਤਲਬ ਇੱਕ ਚੱਕਰ ਖੰਡ ਵਿੱਚ, ਬੇਟਾ ਚੱਕਰ ਖੰਡ ਕੀ ਹੈ ਫਿਰ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦੀ ਹਾਂ, ਜੀਵਾ ਅਤੇ ਚਾਪ ਤੋਂ ਮਿਲ ਕੇ ਚੱਕਰ ਖੰਡ ਬਣਦਾ ਹੈ, ਠੀਕ ਹੈ। ਇਹ ਚੱਕਰ ਖੰਡ ਸਾਡੇ ਕੋਲ ਇਹ ਵੀ ਚੱਕਰ ਖੰਡ ਹੈ ਤੇ ਇਹ ਵੀ ਚੱਕਰ ਖੰਡ ਹੈ, ਲਘੂ ਚੱਕਰ ਖੰਡ, ਦੀਰਘ ਚੱਕਰ ਖੰਡ ਹੈ। ਚੱਕਰ ਖੰਡ ਜਿਹੜਾ ਹੁੰਦਾ ਹੈ ਚੱਕਰ ਤੇ ਚੱਕਰ ਦੇ ਅੰਦਰਲੇ ਭਾਗ ਤੋਂ ਮਿਲ ਕੇ ਬਣਦਾ ਹੈ। ਚੱਕਰ ਤੇ ਚੱਕਰ ਦੇ ਅੰਦਰਲੇ ਭਾਗ ਤੇ ਜਿਹੜੇ ਬਿੰਦੂ ਹੁੰਦੇ ਨੇ ਉਹ ਕਿਹੜਾ ਸਾਡੇ ਕੋਲ ਚੱਕਰ ਖੰਡ ਵਿੱਚ ਕੋਣ ਬਣਾਉਂਦੇ ਨੇ। ਇਹ ਦੋ ਬਿੰਦੂ ਚੱਕਰ ਉੱਤੇ ਸਥਿਤ ਨੇ, ਇਹ ਸਾਡੇ ਕੋਲ ਲਘੂ ਚੱਕਰ ਖੰਡ ਹੈ। ਇਸ ਉੱਤੇ ਦੋ ਜਿਹੜੇ ਹੈ ਇੱਕ ਚੱਕਰ ਖੰਡ ਵਿੱਚ ਦੋ ਕੋਣ ਬਣ ਰਹੇ ਹਨ, ਕੋਣ PAQ ਤੇ ਕੋਣ PBQ। ਇਹ ਦੋਵੇਂ ਕੀ ਹੋਣਗੇ, ਬਰਾਬਰ ਹੋਣਗੇ, ਠੀਕ ਹੈ। ਤੁਸੀਂ ਚੇਤਾ ਰੱਖਣਾ ਕਿ ਜਿਹੜੇ ਇੱਕ ਚੱਕਰ ਖੰਡ ਵਿੱਚ ਜਿਹੜੇ ਕੋਣ ਬਣਾਉਂਦੇ ਨੇ ਕੀ ਹੁੰਦੇ ਨੇ, ਬਰਾਬਰ ਹੁੰਦੇ। ਜੇਕਰ ਮੈਂ ਇੱਥੇ ਇੱਕ ਹੋਰ ਕੋਣ ਲੈ ਲਵਾਂ ਉਹ ਵੀ ਕੀ ਆ ਜਾਏਗਾ, ਬਰਾਬਰ। ਜੇਕਰ ਮੈਂ ਇੱਥੇ ਹੋਰ ਕੋਣ ਬਰਾਬਰ, ਠੀਕ ਹੈ, CD ਕੋਣ ਲੈ ਲਵਾਂ, ਇਹਦਾ ਮਤਲਬ ਇੱਕ ਚੱਕਰ ਖੰਡ ਵਿੱਚ ਜਿੰਨੇ ਵੀ ਕੋਣ ਬਣ ਰਹੇ ਹਨ ਪਰ ਬੰਨੇ ਇਸੇ ਬਿੰਦੂ ਤੋਂ, ਦੋ ਬਿੰਦੂਆਂ ਤੋਂ ਚਾਹੀਦੇ ਨੇ, ਠੀਕ ਹੈ। ਸੋ ਅੱਜ ਅਸੀਂ ਦੋ ਥਿਊਰਮਾਂ ਕੀਤੀਆਂ ਬੇਟਾ, ਬੜੀ ਇੰਪੋਰਟੈਂਟ ਥਿਊਰਮਾਂ ਕੀਤੀਆਂ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਇੱਕ ਚੱਕਰ ਉੱਤੇ ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਜਿਹੜਾ ਹੈ ਉਹ ਕਿਸੇ ਹੋਰ ਭਾਗ ਦੇ ਉਸੇ ਚਾਪ ਦੁਆਰਾ ਬਣਾਏ ਗਏ ਕੋਣ ਤੋਂ ਦੁੱਗਣਾ ਹੁੰਦਾ ਹੈ। ਮਤਲਬ ਜੇ ਇਹ x ਹੈ ਤੇ ਇਹ ਕੀ ਆਣਾ 2x, ਮਤਲਬ ਇਸ ਤੋਂ ਦੁੱਗਣਾ, ਤੇ ਜਿਹੜਾ ਆਹ ਕੋਣ ਹੋਏਗਾ ਉਹ ਇਸ ਤੋਂ ਅੱਧਾ ਹੋਏਗਾ। ਦੂਸਰੀ ਗੱਲ ਆਪਾਂ ਕੀ ਕੀਤੀ ਕਿ ਇੱਕ ਹੀ ਚੱਕਰ ਖੰਡ
ਚੱਕਰਖੰਡ ਇੱਕ ਹੀ ਚੱਕਰਖੰਡ ਤੇ ਬਣੇ ਕੋਣ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ ठीक है ये सारे कोण की आ जाएंगे बराबर आ जाएंगे ठीक है ये इसे चक्करखंड में बन रहे हैं क्लीयर है जी धन्यवाद।